ਚੜ੍ਹਦਾ ਲਹਿੰਦਾ ਕੀ ਹੁੰਦਾ ਸਰ? ਚੜ੍ਹਦਾ ਲਹਿੰਦਾ ਦੋ ਸਿੱਖਾਂ ਨੇ ਬਣਾ ਲੈਣੇ ਨਾ। ਕੀ? ਇੱਕ ਹਿੱਸਾ ਪੰਜਾਬ ਦਾ, ਇਹ ਸਾਡੇ ਵਾਲਾ ਹਿੱਸਾ, ਤੇ ਇੱਕ ਉਦੋਂ ਉਹਨਾਂ ਕੋਲ ਇਹ ਮਸ਼ਰਕੀ ਮਗਰਬੀ ਹੈ ਨਾ? ਉਹ ਮਸ਼ਰਕੀ ਮਗਰਬੀ ਉਹ ਕਹਿੰਦੇ ਨੇ। ਉਹਨੇ ਅੱਜ ਕੱਲ੍ਹ ਉਹਨਾਂ ਦਾ ਬੰਦਾ ਇੱਥੇ ਫਿਰਦਾ ਪਿਆ। ਅੱਛਾ। ਰਣਜੀਤ ਸਿੰਘ। ਅੱਛਾ। ਉਸਨੇ ਬਣਾਇਆ ਜੀ ਇਹ ਲਹਿੰਦਾ ਪੰਜਾਬ ਹੈ ਤੇ ਉਹ ਚੜ੍ਹਦਾ ਪੰਜਾਬ। ਮੈਨੂੰ ਲੱਗਦਾ ਕਿ ਸ਼ਾਇਦ ਮਸ਼ਰਕ ਮਗਰਬ ਤੋਂ ਕੀਤਾ ਕਿ ਸੂਰਜ ਉਧਰ ਚੜ੍ਹਦਾ ਲਹਿੰਦਾ ਪੰਜਾਬੀ ਹੈ ਨਾ, ਪੰਜਾਬੀ ਦਾ ਲਹਿਜਾ ਲਹਿੰਦਾ। ਅੱਛਾ ਅੱਛਾ ਜੀ, ਅੱਗੇ ਸਵਾਲ ਚਲਾਓ। ਕੀ ਚਲਾਉਣਾ? ਕੁਛ ਨਹੀਂ ਸਰ, ਮੈਂ ਤੇ ਤੁਹਾਨੂੰ ਵੇਖ ਕੇ ਖੁਸ਼ ਹੋਣਾ। ਮੈਂ ਕਿਹਾ ਤੁਹਾਡੀਆਂ ਗੱਲਾਂ ਸੁਣ। ਦੇਖੋ ਸਰ, ਮੈਂ ਤੁਹਾਨੂੰ ਗੱਲ ਦੱਸਾਂ, ਦੁਨੀਆ ਸਾਰੀ ਸੁਣ ਰਹੀ ਹੈ, ਪੰਜਾਬੀ 'ਚ ਅਸੀਂ ਕਰ ਰਹੇ ਹਾਂ। ਮੈਂ ਚਾਹੁੰਦਾ ਕਿ ਪੰਜਾਬੀ ਜ਼ਰਾ ਸੁਣ ਲੈਣ ਨਾ। ਤੁਹਾਡੇ ਮੂੰਹੋਂ ਪੰਜਾਬੀ ਮੈਨੂੰ ਬੜੀ ਅੱਛੀ ਲੱਗਦੀ ਹੈ। ਉਰਦੂ ਜਿਹੜੇ ਸੁਣਨ वाले ने ਉਹਨਾਂ ਕੋਲੋਂ मेरी माजरत, लेकिन कोशिश करेंगे कोई ऐसी इन्फॉर्मेशन हो तो हम उसको उर्दू में भी बताने की कोशिश करेंगे। उर्दू हो जाए, पंजाबी हो जाए, नाल मिक्स चलता रहे। मिक्सर। सर लाहौर शहर ਜਦੋਂ ਤੁਸੀਂ ਮੇਰੇ ਜਿੰਨੇ ਸੋ ਉਹ ਤੇ ਲਾਹੌਰ ਸ਼ਹਿਰ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ, ਕੀ ਫਰਕ ਜੇ? ਦੇਖੋ, ਮੈਂ ਮੁੱਦਤ ਹੋਈ ਹੈ ਇੰਟਰਵਿਊ ਟੈਲੀਵਿਜ਼ਨ 'ਤੇ ਨਹੀਂ ਦਿੱਤੇ। ਮੇਰਾ ਜੀ ਇੱਕ ਬਹੁਤ ਵੱਡਾ ਇੰਟਰਵਿਊ ਜਿਹੜਾ ਛਪਿਆ ਸੀ, ਯੂਨੈਸਕੋ ਨੇ ਛਾਪਿਆ ਸੀ। ਠੀਕ ਹੈ। ਉਹ 3 ਜ਼ਬਾਨਾਂ ਡੱਬਿੰਗ ਹੋਈ ਸੀ, ਅੰਗਰੇਜ਼ੀ, ਜੈਪਨੀ ਤੇ ਉਰਦੂ ਵਿੱਚ। ਜੀ ਜੀ। ਅੱਛਾ, ਉਸ ਤੋਂ ਬਾਅਦ ਫਿਰ ਬੜੇ ਪਾਕਿਸਤਾਨ ਟੈਲੀਵਿਜ਼ਨ ਨੇ ਮੇਰੇ ਬੜੇ ਪ੍ਰੋਗਰਾਮ ਕੀਤੇ ਨੇ, ਅਤੇ ਉਹ ਮੈਂ 13-14 ਸਾਲ ਪੜ੍ਹਾਇਆ ਗਵਰਨਮੈਂਟ ਕਾਲਜ ਵਿੱਚ ਲਾਹੌਰ। ਉਹਦੀ ਹਿਸਟਰੀ ਅਤੇ ਉਹ ਸਾਰਾ ਕੁਛ ਮੈਂ ਤੁਹਾਡਾ ਤਾਲਿਬ ਇਲਮ ਹਾਂ ਸਰ। ਉਹ ਵੀ ਪੜ੍ਹਾਉਣ ਦੇ ਬਾਅਦ ਵੀ ਕਿਤਾਬਾਂ ਮੇਰੀਆਂ ਛਪੀਆਂ ਨੇ ਸਾਰੀ ਦੁਨੀਆ 'ਤੇ। ਉਹ ਟੈਕਸਟ ਬੁੱਕਾਂ ਲੱਗੀਆਂ ਪਈਆਂ ਨੇ, ਸਾਰੀ ਦੁਨੀਆ ਪੜ੍ਹਦੀ ਹੈ। ਰੋਜ਼ ਕਿਤੇ ਨਾ ਕਿਤੇ ਮੈਨੂੰ ਨਵਾਂ ਤੋਂ ਨਵਾਂ ਫੋਨ ਆਉਂਦਾ ਨਾ। ਅਤੇ ਉਹ ਮੈਂ ਇਸ ਲਈ ਦੇ ਰਿਹਾ ਕਿ ਅਜ਼ੈਬ ਜਿਹੜਾ ਮੇਰਾ ਪਿਆਰਾ ਸ਼ਾਗਿਰਦ ਸੀ, ਦੂਜਾ ਲਾਹੌਰ ਨਾਲ ਮੇਰੀ ਜ਼ਾਤੀ ਦਿਲਚਸਪੀ ਹੈ, ਅਤੇ ਲਿਹਾਜ਼ਾ ਲਾਹੌਰ ਦੇ ਬਾਰੇ 'ਚ ਆਮ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਲਾਹੌਰ ਕੀ ਸ਼ਹਿਰ ਹੈ। ਇਹ ਇੱਕ ਕੁਦਰਤੀ ਅਮਰ ਹੈ ਕਿ ਜਿੱਥੇ ਬੰਦਾ ਰਹਿੰਦਾ ਹੈ, ਜਿੱਥੇ ਪੈਦਾ ਹੁੰਦਾ ਹੈ, ਜਿੱਥੇ ਉਹਦੀ ਰਿਹਾਇਸ਼ ਦਾ ਜ਼ਿਆਦਾ ਹਿੱਸਾ ਗੁਜ਼ਰਦਾ ਹੈ, ਉਹਦੇ ਨਾਲ ਉਹਦੀ ਮੁਹੱਬਤ ਹੋ ਜਾਂਦੀ ਹੈ। ਮੈਂ ਕੋਈ 15, 16, 17, 18 ਸ਼ਹਿਰ ਦੁਨੀਆ ਦੇ ਫਿਰਨ, ਮੁਲਕ ਬੜੇ ਬੜੇ ਸੋਹਣੇ ਮੁਲਕ ਵੇਖੇ ਨੇ, ਔਰ ਸਭ ਤੋਂ ਜ਼ਿਆਦਾ ਅੱਛਾ ਜਿਹੜਾ ਮੈਨੂੰ ਲੱਗਾ ਸ਼ਹਿਰ ਉਹ ਇਸਤੰਬੁਲ ਹੈ ਦੁਨੀਆ ਦਾ। ਇਸਤੰਬੁਲ ਬੜਾ ਖੂਬਸੂਰਤ ਸ਼ਹਿਰ ਹੈ, ਬਹੁਤ ਖੂਬਸੂਰਤ। ਰਾਤ ਨੂੰ ਅਗਰ ਉਹਨੂੰ ਵੇਖੋ ਤਾਂ ਤੁਸੀਂ ਬਿਲਕੁਲ ਝੱਲੇ ਹੋ ਜਾਓ, ਐਡਾ ਕਮਾਲ ਹੈ ਇਹ। ਲੇਕਿਨ ਲਾਹੌਰ ਜਿਹੜਾ ਹੈ, ਲਾਹੌਰ ਦਾ ਕੋਈ ਮੁਕਾਬਲਾ ਨਹੀਂ ਦੁਨੀਆ ਦੇ ਕਿਸੇ ਜਗ੍ਹਾ 'ਤੇ ਵੀ। ਇਸਤੰਬੁਲ ਵੀ ਲਾਹੌਰ ਦਾ ਮੁਕਾਬਲਾ ਨਹੀਂ ਕਰਦਾ। ਮੈਂ ਜਦੋਂ ਪੜ੍ਹਨ ਗਿਆ ਨਾ ਉੱਥੇ ਅਮਰੀਕਾ 'ਚ, ਅਤੇ ਵਾਪਸੀ 'ਤੇ ਮੈਂ ਫਿਰ ਉਹ UNO ਦੇ ਦਫ਼ਤਰ 'ਚ, ਇਹਨਾਂ ਦਾ ਦਫ਼ਤਰ ਸੀ, ਉੱਥੇ ਮੈਂ ਗਿਆ। ਉਹ ਮੈਨੂੰ ਪੁੱਛਦੀ ਜਰਾ ਕੰਪੇਅਰ ਕਰੋ ਨਾ ਆਪਣੇ ਸ਼ਹਿਰਾਂ ਨੂੰ ਸਾਡੇ ਸ਼ਹਿਰਾਂ ਨਾਲ। ਮੈਂ ਉਹਨੂੰ ਦੱਸਿਆ ਕਿ ਨਿਊਯਾਰਕ ਤੁਹਾਡਾ ਅਤੇ ਸਾਡੇ ਕਰਾਚੀ ਵਰਗਾ ਰੌਲਾ ਖੱਪ-ਛਾਪ ਇਹਦੇ ਪਈ ਰਹਿੰਦੀ ਹੈ, ਅਤੇ ਜਿਹੜਾ ਤੁਹਾਡਾ ਵਾਸ਼ਿੰਗਟਨ DC ਉਹ ਸਾਡੇ ਇਸਲਾਮਾਬਾਦ ਵਰਗਾ, ਅਤੇ ਲਾਹੌਰ ਵਾਲਾ ਤੁਹਾਡੇ ਕੋਲ ਕੋਈ ਵੀ ਸ਼ਹਿਰ ਨਹੀਂ। ਉਹ ਕਹਿੰਦੀ ਵਾਕਈ ਮੈਂ ਕਰਾਚੀ ਰਹੀ ਹਾਂ ਅਤੇ ਲਾਹੌਰ ਜਿਹਾ ਕੋਈ ਸ਼ਹਿਰ ਦੁਨੀਆ ਦਾ ਹੋਰ ਸ਼ਹਿਰ ਕੋਈ ਨਹੀਂ। ਅੱਛਾ, ਹੁਣ ਇਹ ਸ਼ਹਿਰ ਜਿਹੜਾ ਹੈ ਇਹਦੀ ਤਾਰੀਖ ਸ਼ੁਰੂ ਦੀ ਬਿਲਕੁਲ ਗੁਮਨਾਮ ਹੈ। ਇਹ ਸ਼ਹਿਰ ਪਿੰਡ ਜਿਹੜਾ ਐਡਾ ਗੁਸਾਰਾ ਸ਼ੁਰੂ ਹੋਇਆ ਸੀ, ਔਰ ਮੈਂ ਆਪਣੀ ਤਹਿਕੀਕ ਦੇ ਮੁਤਾਬਕ ਇਹ ਸਮਝਿਆ ਪੱਖੀਵਾਸ ਜਿਹੜੇ ਓੜ ਹੁੰਦੇ ਨੇ ਉਹਨਾਂ ਦੇ ਦਰਿਆ ਦੇ ਕਿਨਾਰੇ 'ਤੇ ਆਪਣੇ ਝੁੱਗੀਆਂ ਪਾਈਆਂ, ਫਿਰ ਉਹਨਾਂ ਘਰ ਬਣਾ ਲਿਆ। ਜ਼ਿੰਦਗੀ ਇਨਸਾਨ ਦੀ ਉੱਥੇ ਫਲਰਿਸ਼ ਕਰਦੀ ਏ, ਪਨਪਦੀ ਏ, ਅੱਗੇ ਵੱਧਦੀ ਜਿੱਥੇ ਪਾਣੀ ਹੋਵੇ। ਜਿੱਥੇ ਪਾਣੀ ਨਹੀਂ ਹੋਵੇਗਾ ਉੱਥੇ ਖਾਣ ਲਈ ਕੁਝ ਨਹੀਂ ਲੱਭੇਗਾ, ਉੱਥੇ ਰਹਿਣ ਲਈ ਕੁਝ ਨਹੀਂ ਲੱਭੇਗਾ, ਉੱਥੇ ਘਰ ਕੋਈ ਨਹੀਂ ਬਣੇਗਾ। ਦੁਨੀਆ ਦੇ 2 ਸ਼ਹਿਰ ਸਾਡੇ ਇੱਥੇ ਪਾਕਿਸਤਾਨ ਵਿੱਚ ਨੇ, ਹੜੱਪਾ ਅਤੇ ਮੋਹਨਜੋਦੜੋ। ਹਾਂਜੀ, ਦੋਵੇਂ ਸਿੰਧ ਦੇ ਉੱਤੇ ਨੇ। ਨਹੀਂ, ਇੱਕ ਸਾਡਾ ਪੰਜਾਬ ਵਿੱਚ ਹੈ, ਇੱਕ ਸਿੰਧ ਵਿੱਚ ਹੈ, ਲੇਕਿਨ ਦੋਵੇਂ ਬਰਬਾਦ ਹੋਣ ਤੋਂ ਬਾਅਦ ਖਤਮ ਹੋ ਗਏ। ਲੇਕਿਨ ਦੁਨੀਆ ਦੇ 3 ਸ਼ਹਿਰ ਜਿਹੜੇ ਨੇ ਉਹ ਜਦੋਂ ਦੇ ਜੰਮੇ ਨੇ ਹੁਣ ਤੱਕ ਜ਼ਿੰਦਾ ਨੇ। ਉਹਨਾਂ 'ਚੋਂ ਇੱਕ ਸ਼ਹਿਰ ਜਿਹੜਾ ਹੈ ਉਹ ਸਾਡਾ ਲਾਹੌਰ ਹੈ। ਲਾਹੌਰ ਬਾਰ-ਬਾਰ ਗਿਰਿਆ, ਇਹਦੇ 'ਤੇ ਬੜੇ ਹਮਲੇ ਹੋਏ ਨੇ, ਇੱਥੇ ਬੜੇ ਫਲੱਡ ਆਏ ਨੇ, ਲੇਕਿਨ ਲਾਹੌਰੀਏ ਬੜੇ ਪੱਕੇ ਨੇ। ਉਹ ਟਹਿ ਜਾਂਦਾ ਅਤੇ ਉਹਨਾਂ ਦੇ ਅਸਾਰ 'ਤੇ ਫਿਰ ਆਪਣਾ ਘਰ ਬਣਾਉਂਦੇ ਰਹੇ ਨੇ। ਇੱਥੇ ਮੈਂ ਲੰਡੇ ਬਾਜ਼ਾਰ 'ਚ ਕੋਈ ਮੈਨੂੰ ਲੈ ਕੇ ਗਿਆ ਸੀ ਅਤੇ ਮੈਂ ਕੋਈ 3ਜੀ ਮੰਜ਼ਿਲ ਥੱਲੇ ਗਿਆ ਸਾਂ, ਅਤੇ ਉਹ 3ਜੀ ਮੰਜ਼ਿਲ ਕਿਹੜੀ ਸੀ? ਜਿਹੜੀ ਕਿ ਦਰਿਆ ਰਾਵੀ ਦੇ ਕਿਨਾਰੇ 'ਤੇ ਬਰਾਬਰ ਸੀ, ਅਤੇ ਲੋਕ ਰਹਿੰਦੇ ਰਹਿਣ। ਇਸੇ ਤਰ੍ਹਾਂ ਦੂਜਾ ਸ਼ਹਿਰ ਜਿਹੜਾ ਵੱਡਾ ਹੈ ਉਹ ਦਮਿਸ਼ਕ ਹੈ, ਸ਼ਾਮ ਦਾ ਸ਼ਹਿਰ। ਉਹ ਵੀ ਜਦੋਂ ਦਾ ਬਣਿਆ ਉਹ ਸ਼ਹਿਰ ਅੱਜ ਤੱਕ ਕਾਇਮ ਦਾਇਮ। ਤੀਜਾ ਸ਼ਹਿਰ ਇਰਾਕ ਵਿੱਚ ਅਰਬੀਲ ਉਹਦਾ ਨਾਂ ਹੈ। ਅਰਬੀਲ ਵੀ ਆਪਣੀ ਪੈਦਾਇਸ਼ ਤੋਂ ਲੱਗ ਕੇ ਹੁਣ ਤੱਕ ਕਾਇਮ ਅਤੇ ਦਾਇਮ। ਲੇਕਿਨ ਉਹਨਾਂ ਦੋਵਾਂ ਵਿੱਚੋਂ ਜਿਹੜਾ ਲਾਹੌਰ ਹੈ ਉਹਦਾ ਕੋਈ ਮੁਕਾਬਲਾ ਨਹੀਂ। ਇਹ ਸ਼ਹਿਰ ਜਿਹੜਾ ਹੈ ਇਹਦੀ ਕਮਾਲ ਇਹ ਵੇ ਕਿ ਇੱਥੇ ਦੁਨੀਆ ਜਾਣ ਦਾ ਤੁਹਾਨੂੰ ਪਤਾ ਪਾਣੀ ਵੀ ਹੈ। ਹਾਂਜੀ, ਅੰਡਰਗਰਾਊਂਡ ਪਾਣੀ ਵੀ ਹੈ, ਬਾਰਿਸ਼ ਦਾ ਪਾਣੀ ਵੀ ਹੈ, ਦਰਿਆਵਾਂ ਦਾ ਪਾਣੀ ਵੀ ਹੈ, ਅਤੇ ਜ਼ਿੰਦਗੀ ਉੱਥੇ ਚੱਲਦੀ ਜਿੱਥੇ ਪਾਣੀ ਹੋਵੇ।
ਜਿੱਥੇ ਪਾਣੀ ਕੋਈ ਨਹੀਂ ਵੇਖ ਨਾ ਕੀਨੀਆਂ ਅੱਜ ਉਹ ਸੁੱਕੇ ਪਏ ਨੇ ਰਗੇ ਪਏ ਨੇ ਕੋਈ ਸ਼ੈ ਨਹੀਂ ਉੱਥੇ ਕਾਲੇ ਸਿਆਹ ਹੁੰਦੇ ਨੇ ਧੁੱਪ ਦੇ ਨਾਲ ਲੱਗੇ ਰਹਿੰਦੇ ਲੇਕਿਨ ਲਾਹੌਰ ਜਿਹੜਾ ਹੈ ਜਾਂ ਪੰਜਾਬ ਜਿਹੜਾ ਹੈ ਇਹ ਸਿਕੰਦਰ ਆਜ਼ਮ 4 ਸਦੀ ਕਬਲ ਮਸੀਹ 'ਚ ਆਇਆ ਸੀ ਤੇ ਉਦੋਂ ਵੀ ਇਹਨੂੰ ਸੋਨੇ ਦੀ ਚਿੜੀਆ ਇਸ ਲਈ ਕਿਹਾ ਗਿਆ ਸੀ। ਤੁਹਾਨੂੰ ਇਹ ਕਿਸਾ ਲੱਗ ਰਿਹਾ ਕਿ ਅੱਜ ਅਸੀਂ ਬੈਠੇ ਹਾਂ ਤੇ ਗਲੀ ਦੇ ਬਾਹਰ ਗਲੀ ਹੈ ਤੇ ਅਸੀਂ ਅੰਦਰ ਬਹਿ ਕੇ ਪ੍ਰੋਗਰਾਮ ਕਰ ਰਹੇ ਹਾਂ ਲਾਹੌਰ ਸ਼ਹਿਰ ਦੇ ਅੰਦਰ। ਹਾਂਜੀ ਹਾਂ, ਤੇ ਉਹ ਉਸ ਵੇਲੇ ਵੀ ਇਹ ਇਲਾਕਾ ਜਿਹੜਾ ਸੀ ਸਰਸਬਜ਼ ਸੀ, ਸ਼ਾਦਾਬ ਸੀ, ਜ਼ਮੀਨਾਂ ਜ਼ਰਖੇਜ਼ ਸਨ, ਪਾਣੀ ਵਾਫਰ ਸੀ, ਖਾਣ ਪੀਣ ਲਈ ਹਰ ਸ਼ੈ ਇੱਥੇ ਹੁੰਦੀ ਸੀ। ਉਹ ਜਿਹੜਾ ਇੱਥੇ ਆਏ ਦੌੜ ਕੇ ਬਾਹਰੋਂ ਆਏ ਤੇ ਲਾਲਚ ਲਈ ਆਏ, ਲੇਕਿਨ ਜਿਹੜਾ ਇੱਥੇ ਆਇਆ ਉਹ ਫਿਰ ਮੁੜ ਕੇ ਵਾਪਸ ਨਹੀਂ ਗਿਆ। ਉਹ ਸ਼ੇਰ ਹੈਗਾ ਸੀ ਨਾ, ਜੀਵੇ ਸ਼ਹਿਰ ਲਾਹੌਰ, ਜੀਵਨ ਇਹਦੇ ਜੰਮੇ ਜਾਏ, ਉਹ ਤੇ ਬਤੇਰੇ ਕਹਾਵਤਾਂ ਵੀ ਬੜੀਆਂ ਨੇ। ਗਜ਼ਨਵੀ ਪੀਰੀਅਡ 'ਚ ਇਹ ਫਿਰ ਛੋਟਾ ਜਿਹਾ ਕਸਬਾ ਬਣ ਗਿਆ ਸੀ। ਗਜ਼ਨਵੀ ਪੀਰੀਅਡ ਦਾ ਇੱਕ ਬਹੁਤ ਵੱਡਾ ਸ਼ਾਇਰ ਲੋਕਲ ਹੈ ਸੁਲੇਮਾਨ ਸਾਦ ਲਾਹੌਰੀ। ਅੱਛਾ, ਸੁਲੇਮਾਨ ਸਾਦ ਲਾਹੌਰੀ, ਉਹਨੇ ਇੱਕ ਨਜ਼ਮ ਲਿਖੀ ਹੈ, ਉਹਦਾ ਨਾਂ ਹੈ ਸ਼ਹਿਰ ਆਸ਼ੋਬ। ਸ਼ਹਿਰ ਸ਼ੋਬ ਵਿੱਚ ਉਹਨੇ 92 ਬੰਦ ਨੇ ਉਹ ਇੱਕ ਹਰ ਬੰਦ ਇੱਕ ਆਰਟਿਸਟ ਦੇ ਬਾਰੇ ਵਿੱਚ, ਇੱਕ ਫਨਕਾਰ ਦੇ ਬਾਰੇ 'ਚ, ਇੱਕ ਪੇਸ਼ਾ ਐਜ ਕਰਾਫਟ ਦੇ ਬਾਰੇ ਵਿੱਚ। ਅਤੇ ਗਜ਼ਨਵੀ ਪੀਰੀਅਡ 11ਵੀਂ ਸਦੀ ਈਸਵੀ ਬਣਦਾ ਅਤੇ 11ਵੀਂ ਸਦੀ ਈਸਵੀ ਵਿੱਚ ਜਦੋਂ ਇੰਨੇ ਫਨਕਾਰ ਇਸ ਲਾਹੌਰ ਵਿੱਚ ਸਨ ਅਤੇ ਫਿਰ ਅੱਗੇ ਵੱਧਦੇ ਗਿਆ। ਦੂਜਾ ਕਮਾਲ ਇਹ ਵੇ ਕਿ ਇੱਥੇ ਇਰਾਕੀ ਵੀ ਆਏ ਨੇ, ਇੱਥੇ ਸੈਂਟਰਲ ਏਸ਼ੀਅਨ ਵੀ ਆਏ ਨੇ, ਇੱਥੇ ਮੰਗੋਲੀਅਨ ਵੀ ਆਏ ਨੇ, ਇੱਥੇ ਅਰਬ ਵੀ ਆਏ ਨੇ। ਉਹ ਆਉਂਦੇ ਸਨ ਅਤੇ ਆਪਣੇ ਨਾਲ ਹਰ ਇੱਕ ਆਪਣੀ ਰਵਾਇਤ ਵੀ ਲਿਆਉਂਦਾ ਸੀ, ਆਪਣੀ ਰਸਮ ਵੀ ਲਿਆਉਂਦਾ ਸੀ। ਉਹ ਜਿਸਲੇ ਅੰਦਰੂਨੇ ਸ਼ਹਿਰ ਵਿੱਚ ਇਕੱਠੇ ਬਹਿੰਦੇ ਸਨ, ਅੱਧੀਆਂ ਰਵਾਇਤਾਂ ਸਾਡੀਆਂ ਲੈ ਲੈਂਦੇ ਸਨ, ਅੱਧੀਆਂ ਹੁੰਦੀਆਂ ਹੁਣ ਇੱਕ ਨਵਾਂ ਕਲਚਰ ਆ ਜਾਂਦਾ ਸੀ। ਨਤੀਜਾ ਇਹ ਹੋਇਆ ਕਿ ਉਹ ਕਲਚਰ ਸਾਡਾ ਕਦੀ ਜਮੂਦ ਦਾ ਸ਼ਿਕਾਰ ਨਹੀਂ ਹੋਇਆ। ਅੱਛਾ ਸਰ, ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਜਿਹੜਾ ਹੈਗਾ ਕਲਚਰ, ਜਿਹਨੂੰ ਲਾਹੌਰ ਦਾ ਕਲਚਰ ਕਿਹਾ ਜਾਂਦਾ, ਉਹ ਕੀ ਹੈ? ਜੋ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ, ਕਲਚਰ ਕੀ ਹੈ ਸਾਡਾ? ਸੀ ਕੀ ਕਲਚਰ ਹੈਗਾ? ਕਲਚਰ ਹੁੰਦਾ ਕੀ ਹੈ? ਕਲਚਰ ਕੀ ਹੁੰਦਾ ਹੈ? ਤੁਹਾਡਾ ਤਰਜ਼ੇ ਜ਼ਿੰਦਗੀ ਰਹਿਣ ਸਹਿਣ ਦਾ। ਅਸੀਂ ਜ਼ਿੰਦਾ ਦਿਲਾਨੇ ਲਾਹੌਰ ਹੈਗੇ ਹਾਂ। ਜ਼ਿੰਦਾ ਦਿਲਾਂ ਦਾ ਇੱਕ ਪਹਿਲੂ ਹੈ ਨਾ, ਜ਼ਿੰਦਾ ਦਿਲਾਨੇ ਲਾਹੌਰ। ਉਹ ਤੇ ਆ ਜਾ, ਉਹ ਗੋਰੀਆ ਆ ਜਾ ਸੜਕ ਤੇ, ਉਹ ਪੁੱਛੇ ਮੈਂ ਜਾਣਾ ਫਲਾਣੇ ਥਾਂ, ਤਾਂ ਸਾਰੇ ਤੁਸੀਂ ਇਕੱਠੇ ਹੋ ਜਾਂਦੇ ਹੋ। ਜ਼ਿੰਦਾ ਦਿਲਾਨੇ ਲਾਹੌਰ ਦਾ ਕੀ ਹੁੰਦਾ? ਉਹ ਹਰ ਬੰਦਾ ਗਾਈਡ ਬਣ ਜਾਂਦਾ ਉਹਨਾਂ ਨੂੰ, ਚੱਲ ਮੈਂ ਤੈਨੂੰ ਵਿਖਾ ਦੇ, ਚਾਹ ਵੀ ਉਹਨੂੰ ਪਿਆਉਂਦੇ ਨੇ, ਸਾਰਾ ਕੁਝ ਕਰਦੇ ਨੇ। ਲੇਕਿਨ ਇਹ ਵੇਖ ਕੇ ਜ਼ਿੰਦਾ ਦਿਲਾਂ ਨੇ ਨਾ ਵੈਲਕਮ ਕੀਤਾ ਸਾਰੀ ਦੁਨੀਆ ਨੂੰ। ਇਹ ਵੈਲਕਮ ਕਰਦੇ ਨੇ, ਇਹਨਾਂ ਵਿੱਚ ਤਸੱਬ ਨਹੀਂ ਰਿਹਾ। ਇੰਨੀ ਲੰਮੀ ਤਾਰੀਖ ਅਸੀਂ ਪੜ੍ਹਦੇ ਹਾਂ ਨਾ, ਅਤੇ ਲਾਹੌਰ ਦੇ ਲੋਕਾਂ ਦੀ ਆਪਸ ਵਿੱਚ ਲੜਾਈਆਂ ਕੋਈ ਨਹੀਂ, ਇਹਨਾਂ ਦੇ ਆਪਸ ਵਿੱਚ ਫਸਾਦ ਕੋਈ ਨਹੀਂ। ਇਹ ਜਿਹੜਾ ਪੁਰਾਣਾ ਲਾਹੌਰ ਤੁਸੀਂ ਵੇਖੋਗੇ, ਉਹ ਐਡੀ ਗਲੀਆਂ ਉਹਨਾਂ ਕਿਉਂ ਰੱਖੀਆਂ ਸਨ? ਕਿਉਂਕਿ ਸਾਰੇ ਹਮਲਾਵਰ ਆਉਂਦੇ ਸਨ ਅਤੇ ਉਹਨੇ ਨਾਲ ਡਿੰਗਾ ਚੂਗਾ ਹੋ ਕੇ ਗੁਜ਼ਰੇਗਾ ਅਤੇ ਮਾਰਾਂਗੇ ਪੱਥਰ ਉੱਤੋਂ ਤਾਂ ਥੱਲੇ ਹੀ ਮਰ ਜਾਏਗਾ। ਇਸੇ ਤਰ੍ਹਾਂ ਪਾਣੀ ਕੋਈ ਨਹੀਂ ਸੀ ਹੁੰਦਾ। ਇਹ ਹੁਣ ਜਿਹੜਾ ਨਿਜ਼ਾਮ ਇਹ ਤਾਂ ਨਹੀਂ ਸੀ। ਖੂਹੀ ਦਾ ਇੱਕ ਪਾਣੀ ਹੁੰਦਾ ਸੀ, ਮਾਸ਼ਕੀ ਹੁੰਦਾ ਸੀ, ਉਹ ਮਸ਼ਕ ਭਰ ਕੇ ਇੱਕ ਸਵੇਰੇ ਦੇ ਜਾਂਦਾ ਸੀ, ਇੱਕ ਦੁਪਹਿਰ ਉੱਡ ਜਾਂਦਾ ਸੀ। ਨਤੀਜਾ ਹੁੰਦਾ ਸੀ ਜਿਸਲੇ ਦੁਪਹਿਰ ਵੇਲੇ ਜਾਂ ਸਵੇਰ ਵੇਲੇ ਘਰੋਂ ਪਾਣੀ ਮੁੱਕ ਜਾਂਦਾ ਸੀ, ਲਾਹੌਰੀਏ ਕੀ ਕਰਦੇ ਹੁੰਦੇ ਸੀ, ਉਹਨਾਂ ਸਿਰ ਅੱਗੇ ਕਰਕੇ ਤੇ ਧੋ ਲੈਂਦੇ ਸੀ ਅਤੇ ਉਹਦਾ ਨਾਂ ਉਹਨਾਂ ਰੱਖ ਲਿਆ ਲਾਹੌਰੀ ਨਹਾਣਾ ਹੋ ਗਿਆ ਨਾ, ਲਾਹੌਰੀ ਨਹਾਣਾ। ਤੁਸੀਂ ਅਗਰ ਮਿਰਜ਼ਾ ਦੀ ਬਾਈਸਾਈਕਲ ਪੜ੍ਹੀ ਹੋਵੇ, ਉਹ ਕਹਾਣੀ 10ਵੀਂ ਪੜ੍ਹਾਉਂਦੇ ਹੁੰਦੇ ਸਨ, ਅਤੇ ਉਹ ਬੰਦਾ ਉਹਦਾ ਪਿਤਰਸ ਬੁਖਾਰੀ ਦੇ ਵਿੱਚ ਓਵਰਕੋਟ ਲਾਉਂਦੇ ਅਤੇ ਐਡੀ ਮੈਲ ਉਹਦੇ ਜਿਸਮ 'ਤੇ ਜੰਮੀ ਹੁੰਦੀ, ਉਹ ਸਾਰਾ ਸਾਲ ਨਹਾਉਂਦਾ ਨਹੀਂ। ਫਿਰ ਇਹਨਾਂ ਦੇ ਘਰ ਕੀ ਹੁੰਦੇ ਸਨ?